ਪਿਆਰੇ ਵਿਦਿਆਰਥੀਓ, ਅੱਜ ਅਸੀਂ 9ਵੀਂ ਜਮਾਤ ਦਾ ਇਤਿਹਾਸ ਦਾ ਪਾਠ ਨੰਬਰ 1 ਪੰਜਾਬ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ ਪੜ੍ਹਾਂਗੇ। ਤਾਂ ਅਸੀਂ ਜਾਣਦੇ ਹਾਂ ਕਿ ਪੰਜਾਬ ਜਿਹੜਾ ਅਜੋਕਾ ਭਾਰਤ ਦਾ ਇੱਕ ਮਹੱਤਵਪੂਰਨ ਸੂਬਾ ਹੈ। ਸਮੇਂ-ਸਮੇਂ 'ਤੇ ਇਸ ਦੇ ਨਾਂ 'ਤੇ ਹੱਦਾਂ ਵਿੱਚ ਤਬਦੀਲੀਆਂ ਹੁੰਦੀਆਂ ਰਹੀਆਂ। ਸਿੰਧੂ ਘਾਟੀ ਦੀ ਸੱਭਿਅਤਾ ਜਾਂ ਹੜੱਪਾ ਸੱਭਿਅਤਾ ਦਾ ਜਨਮ ਪੰਜਾਬ ਦੀ ਧਰਤੀ 'ਤੇ ਹੀ ਹੋਇਆ। ਤਕਸ਼ਲਾ ਵਿਸ਼ਵ ਵਿਦਿਆਲਿਆ ਵੀ ਇੱਥੇ ਸਥਿਤ ਸੀ। ਤਾਂ ਅਸੀਂ ਦੇਖ ਸਕਦੇ ਹਾਂ ਕਿ ਸਿੰਧ ਘਾਟੀ ਸੰਸਾਰ ਦੀ ਮਹਾਨ ਸਿੰਧ ਘਾਟੀ ਦੀ ਸੱਭਿਅਤਾ ਜਾਂ ਹੜੱਪਾ ਸੱਭਿਅਤਾ ਦਾ ਜਨਮ ਪੰਜਾਬ ਦੀ ਧਰਤੀ 'ਤੇ ਹੋਇਆ। ਇਸੇ ਤਰ੍ਹਾਂ ਵਿਸ਼ਵ ਪ੍ਰਸਿੱਧ ਪ੍ਰਾਚੀਨ ਤਕਸ਼ਲਾ ਵਿਸ਼ਵ ਵਿਦਿਆਲਿਆ ਉਹ ਵੀ ਪੰਜਾਬ ਦੀ ਧਰਤੀ 'ਤੇ ਹੀ ਸਥਿਤ ਸੀ। ਤਾਂ ਸਿੰਧ ਘਾਟੀ ਦੀ ਸੱਭਿਅਤਾ ਦਾ ਇਲਾਕਾ ਪੰਜਾਬ, ਜਿੱਥੇ ਸਿੰਧ ਘਾਟੀ ਦੀ ਸੱਭਿਅਤਾ ਦੇ ਅਵਸ਼ੇਸ਼ ਮਿਲੇ ਨੇ। ਅਤੇ ਇਸ ਤੋਂ ਪਤਾ ਚੱਲਦਾ ਹੈ ਕਿ ਸਿੰਧ ਘਾਟੀ ਦੀ ਸੱਭਿਅਤਾ ਦਾ ਜਨਮ ਇੱਥੇ ਹੀ ਹੋਇਆ ਸੀਗਾ। ਸਿੰਧ ਘਾਟੀ ਦੀ ਸੱਭਿਅਤਾ ਦਾ ਵਿਸਥਾਰ ਵੀ ਇੱਥੇ ਪੰਜਾਬ ਦੇ ਵਿੱਚ ਹੀ ਹੋਇਆ। ਤਕਸ਼ਲਾ ਵਿਸ਼ਵ ਵਿਦਿਆਲਿਆ ਉਹ ਵੀ ਪੰਜਾਬ ਦੀ ਧਰਤੀ 'ਤੇ ਸਥਿਤ ਸੀ। ਇਹ ਵਿਸ਼ਵ ਪ੍ਰਸਿੱਧ ਅਤੇ ਪ੍ਰਾਚੀਨ ਯੂਨੀਵਰਸਿਟੀ ਸੀਗੀ, ਜਿਹੜੀ ਕਿ ਬਹੁਤ ਪ੍ਰਸਿੱਧ ਸੀ, ਬਹੁਤ ਮਸ਼ਹੂਰ ਸੀ। ਅਤੇ ਇਹ ਵੀ ਪੰਜਾਬ ਦੀ ਧਰਤੀ 'ਤੇ ਹੀ ਸਥਿਤ ਸੀ। ਭਾਰਤ ਦੇ ਪ੍ਰਾਚੀਨ ਗ੍ਰੰਥ ਰਿਗਵੇਦ ਦੀ ਰਚਨਾ ਜਿਹੜੀ ਹੈਗੀ ਉਹ ਵੀ ਪੰਜਾਬ ਦੀ ਧਰਤੀ 'ਤੇ ਹੀ ਹੋਈ। ਤਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ ਦੇ ਵਿੱਚ ਸਾਨੂੰ ਸਿੰਧ ਘਾਟੀ ਦੀ ਸੱਭਿਅਤਾ ਦੇ ਅਵਸ਼ੇਸ਼ਾਂ ਦੇ ਚਿੱਤਰਾਂ ਤੋਂ ਪਤਾ ਲੱਗਦਾ ਹੈ ਕਿ ਸਿੰਧ ਘਾਟੀ ਦੀ ਸੱਭਿਅਤਾ ਦਾ ਜਨਮ ਵੀ ਇੱਥੇ ਹੋਇਆ। ਇਸੇ ਤਰ੍ਹਾਂ ਇਹਦਾ ਵਿਸਥਾਰ ਹੋਇਆ। ਸਿੰਧ ਘਾਟੀ ਦੀ ਸੱਭਿਅਤਾ ਦਾ ਵਿਸਥਾਰ ਵੀ ਇੱਥੇ ਹੀ ਹੋਇਆ ਔਰ ਇਹ ਸੱਭਿਅਤਾ ਬਹੁਤ ਮਸ਼ਹੂਰ ਸੱਭਿਅਤਾ ਸੀ। ਇਹ ਸੱਭਿਅਤਾ ਬਹੁਤ ਅਮੀਰ ਸੱਭਿਅਤਾ ਸੀ ਕਿਉਂਕਿ ਇਸ ਕੋਲ ਤਕਸ਼ਲਾ ਵਿਸ਼ਵ ਵਿਦਿਆਲਿਆ ਵੀ ਸੀ। ਔਰ ਇਸੇ ਤਰ੍ਹਾਂ ਸਾਡੇ ਮਹਾਨ ਸਿੱਖ ਗੁਰੂਆਂ ਦੀ ਕਰਮ ਭੂਮੀ ਵੀ ਪੰਜਾਬ ਦੀ ਧਰਤੀ ਹੀ ਹੈ। ਇੱਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਮਨੁੱਖਤਾ ਦਾ ਸੰਦੇਸ਼ ਦਿੱਤਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਨਾ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੱਖਾਂ ਨੇ ਮੁਗਲਾਂ ਦੇ ਅਤਿਆਚਾਰਾਂ ਦਾ ਸਾਹਮਣਾ ਕੀਤਾ ਅਤੇ ਲਾਸਾਨੀ ਕੁਰਬਾਨੀਆਂ ਦਿੰਦੇ ਹੋਏ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ, ਜਿਸ ਉੱਪਰ ਅੱਗਾਂ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਨੇ ਪ੍ਰਭੂ ਸੱਤਾ ਸੰਪੰਨ ਸਿੱਖ ਰਾਜ ਦੀ ਸਥਾਪਨਾ ਕੀਤੀ। ਪੰਜਾਬ ਦੇ ਸੂਰਬੀਰਾਂ, ਦੇਸ਼ ਭਗਤਾਂ ਅਤੇ ਸਮਾਜ ਸੁਧਾਰਕਾਂ ਦਾ ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਬੇਮਿਸਾਲ ਯੋਗਦਾਨ ਰਿਹਾ ਹੈ। ਤਾਂ ਪੰਜਾਬ ਦੇ ਇਤਿਹਾਸ ਦਾ ਜਦੋਂ ਅਸੀਂ ਅਧਿਐਨ ਕਰਦੇ ਹਾਂ ਤਾਂ ਇਸ ਅਧਿਐਨ ਦੇ ਦੌਰਾਨ ਸਾਨੂੰ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦੇ ਇਤਿਹਾਸ 'ਤੇ ਪਏ ਪ੍ਰਭਾਵ ਦਾ ਅਧਿਐਨ ਵੀ ਕਰਨਾ ਜ਼ਰੂਰੀ ਹੈ। ਇਸ ਪਾਠ ਦੇ ਵਿੱਚ ਅਸੀਂ ਜਮਨਾ ਨਦੀ ਤੋਂ ਸਿੰਧ ਨਦੀ ਦੇ ਵਿਚਕਾਰਲੇ ਇਲਾਕੇ ਦੀ ਚਰਚਾ ਕਰਾਂਗੇ, ਜਿਸ ਨੂੰ ਮੱਧਕਾਲ ਦੇ ਵਿੱਚ ਪੰਜਾਬ ਦਾ ਨਾਂ ਦਿੱਤਾ ਗਿਆ ਸੀ। ਤਾਂ ਪੰਜਾਬ ਅਜੋਕੇ ਭਾਰਤ ਦਾ ਇੱਕ ਮਹੱਤਵਪੂਰਨ ਸੂਬਾ ਹੈ। ਜਿਸ ਪੰਜਾਬ ਬਾਰੇ ਅਸੀਂ ਅੱਜ ਜਾਣਦੇ ਹਾਂ, ਇਸ ਦਾ ਸਰੂਪ ਸਦਾ ਤੋਂ ਅਜਿਹਾ ਨਹੀਂ ਸੀ। ਸਮੇਂ-ਸਮੇਂ 'ਤੇ ਇਸ ਦੇ ਨਾਂ 'ਤੇ ਹੱਦਾਂ ਵਿੱਚ ਤਬਦੀਲੀਆਂ ਹੁੰਦੀਆਂ ਰਹੀਆਂ ਅਤੇ ਇਸ ਸੂਬੇ ਨੇ ਭਾਰਤ ਦੇ ਹੀ ਨਹੀਂ ਸਗੋਂ ਵਿਸ਼ਵ ਦੇ ਇਤਿਹਾਸ ਨੂੰ ਵੀ ਪ੍ਰਭਾਵਿਤ ਕੀਤਾ, ਕਿਉਂਕਿ ਇੱਥੇ ਹੀ ਸਾਡੇ ਮਹਾਨ ਸਿੱਖ ਗੁਰੂਆਂ ਦੀ ਇਹ ਕਰਮ ਭੂਮੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪੰਜਾਬ ਦੇ ਵਿੱਚ ਹੀ ਹੋਇਆ। ਉਹਨਾਂ ਨੇ ਸੰਸਾਰ ਨੂੰ ਮਨੁੱਖਤਾ ਦਾ ਸੰਦੇਸ਼ ਦਿੱਤਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਤਾਂ ਅਸੀਂ ਜਿਸ ਪੰਜਾਬ ਦੀ ਗੱਲ ਕਰ ਰਹੇ ਹਾਂ, ਇਹ ਜਮਨਾ ਨਦੀ ਤੋਂ ਸਿੰਧ ਨਦੀ ਦੇ ਵਿਚਕਾਰਲਾ ਇਲਾਕਾ ਹੈ, ਜਿਸ ਦੀ ਅਸੀਂ ਇਸ ਪਾਠ ਦੇ ਵਿੱਚ ਚਰਚਾ ਕਰਾਂਗੇ। ਤਾਂ ਪੰਜਾਬ ਦੇ ਵੱਖ-ਵੱਖ ਇਤਿਹਾਸਿਕ ਨਾਵਾਂ ਬਾਰੇ ਅਗਰ ਅਸੀਂ ਗੱਲ ਕਰੀਏ ਤਾਂ ਵੈਦਿਕ ਕਾਲ ਵਿੱਚ ਆਰੀਆ ਦੇ ਪ੍ਰਾਚੀਨ ਗ੍ਰੰਥ ਰਿਗਵੇਦ ਵਿੱਚ ਪੰਜਾਬ ਨੂੰ ਸਪਤ ਸਿੰਧੂ ਭਾਵ 7 ਨਦੀਆਂ ਦੀ ਧਰਤੀ ਕਿਹਾ ਜਾਂਦਾ ਸੀ। ਇਹ 7 ਨਦੀਆਂ ਸਨ: ਸਿੰਧ, ਵਿਤਸਤਾ, ਆਸਿਕਨੀ, ਪੁਰੁਸ਼ਨੀ, ਵਿਪਾਸ਼ਾ, ਸਤੁਦਰੀ ਅਤੇ ਸਰਸਵਤੀ। ਹੁਣ ਸਰਸਵਤੀ ਨਦੀ ਦੀ ਹੋਂਦ ਖਤਮ ਹੋ ਚੁੱਕੀ ਹੈ। ਪ੍ਰਾਚੀਨ ਮਹਾਂਕਾਵਿ ਰਾਮਾਇਣ, ਮਹਾਂਭਾਰਤ ਅਤੇ ਪੁਰਾਣਾਂ ਵਿੱਚ ਪੰਜਾਬ ਨੂੰ ਪੰਚਨਦ ਕਿਹਾ ਗਿਆ ਹੈ। ਤਾਂ ਪ੍ਰਾਚੀਨ ਮਹਾਂਕਾਵਿ ਰਾਮਾਇਣ, ਮਹਾਂਭਾਰਤ ਅਤੇ ਪੁਰਾਣਾਂ ਵਿੱਚ
ਪੰਜਾਬ ਨੂੰ ਪੰਚਨਦ ਕਿਹਾ ਗਿਆ ਔਰ ਯੂਨਾਨੀਆਂ ਨੇ ਪੰਜਾਬ ਨੂੰ ਪੈਂਟਾਪੋਟਾਮੀਆ ਦਾ ਨਾਂ ਦਿੱਤਾ ਸੀ। ਤਾਂ ਪੰਜਾਬ ਦੇ ਜੇ ਅਸੀਂ ਇਤਿਹਾਸਕ ਨਾਮ ਦੇਖੀਏ ਤਾਂ ਜਿਵੇਂ ਸਿੰਧ ਹੈ, ਦਰਿਆ ਦਾ ਨਾਂ ਸਿੰਧ ਹੈ, ਸਿੰਧ ਦਾ ਪੌਰਾਣਿਕ ਨਾਂ ਸਿੰਧੂ ਸੀ ਔਰ ਇਸ ਨੂੰ ਰੋਮਨ ਲਿਪੀ ਦੇ ਵਿੱਚ ਇੰਡਸ ਕਹਿੰਦੇ ਸੀ। ਜੇਲਮ ਦਾ ਪੌਰਾਣਿਕ ਨਾਂ ਵਿਤਸਤਾ ਸੀ ਔਰ ਇਸ ਨੂੰ ਰੋਮਨ 'ਚ ਜੇਲਮ ਲਿਖਿਆ ਜਾਂਦਾ ਸੀ। ਚਨਾਬ ਦਾ ਪੌਰਾਣਿਕ ਨਾਂ ਅਸਕਿਨੀ ਹੈ ਔਰ ਇਸ ਨੂੰ ਚਨਾਬ ਰੋਮਨ 'ਚ ਲਿਖਦੇ ਸੀ। ਰਾਵੀ ਦਾ ਪੌਰਾਣਿਕ ਨਾਂ ਪੁਰੁਸ਼ਨੀ ਔਰ ਇਸ ਨੂੰ ਰਾਵੀ ਕਿਹਾ ਜਾਂਦਾ ਸੀ। ਬਿਆਸ ਦਾ ਪੌਰਾਣਿਕ ਨਾਂ ਵਿਪਾਸਾ ਔਰ ਇਸ ਨੂੰ ਬਿਆਸ ਲਿਖਦੇ ਸੀ। ਸਤਲੁਜ ਦਾ ਪੌਰਾਣਿਕ ਨਾਂ ਸ਼ਤੁਦਰੀ ਹੈ ਔਰ ਇਸ ਨੂੰ ਰੋਮਨ ਲਿਪੀ 'ਚ ਸਤਲੁਜ ਲਿਖਿਆ ਜਾਂਦਾ ਸੀ। ਸਰਸਵਤੀ ਦਾ ਪੌਰਾਣਿਕ ਨਾਂ ਸਰਸਵਤੀ ਔਰ ਸਰਸਵਤੀ ਇਹਨੂੰ ਰੋਮਨ ਦੇ ਵਿੱਚ ਕਹਿੰਦੇ ਸੀ। ਇਸੇ ਤਰ੍ਹਾਂ ਯੂਨਾਨੀ ਜਿਹੜੇ ਸੀ ਤਾਂ ਯੂਨਾਨੀਆਂ ਨੇ ਇਹਨੂੰ ਪੰਜਾਬ ਨੂੰ ਪੈਂਟਾਪੋਟਾਮੀਆ ਦਾ ਨਾਂ ਦਿੱਤਾ ਸੀ, ਜਿਸ ਵਿੱਚ ਪੈਂਟਾ ਦਾ ਅਰਥ ਹੈ ਪੰਜ ਅਤੇ ਪੋਟਾਮੀਆ ਦਾ ਅਰਥ ਨਦੀ ਹੈ, ਭਾਵ ਪੰਜ ਨਦੀਆਂ ਦੀ ਧਰਤੀ। ਤਾਂ ਪੰਜਾਬ ਵਿੱਚ ਬਹੁਤ ਸਮੇਂ ਤੱਕ ਇੱਕ ਟੱਕ ਕਬੀਲੇ ਦਾ ਸ਼ਾਸਨ ਰਿਹਾ, ਜਿਸ ਕਾਰਨ ਇਸ ਨੂੰ ਟੱਕ ਪ੍ਰਦੇਸ਼ ਜਾਂ ਟੱਕੀ ਵੀ ਕਿਹਾ ਜਾਂਦਾ ਸੀ। ਔਰ ਚੀਨੀ ਯਾਤਰੀ ਹਿਊਨ-ਸਾਂਗ ਨੇ ਇਸ ਨੂੰ ਸੇਕੀਆ ਦਾ ਨਾਂ ਦਿੱਤਾ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਇਸ ਨੂੰ ਲਾਹੌਰ ਸੂਬਾ ਕਿਹਾ ਜਾਣ ਲੱਗਿਆ। ਮੁਗਲ ਸਮਰਾਟ ਅਕਬਰ ਨੇ ਇਸ ਨੂੰ ਪੰਜਾਬ ਦਾ ਨਾਂ ਦਿੱਤਾ ਸੀ, ਜਿਹੜਾ ਕਿ ਫਾਰਸੀ ਭਾਸ਼ਾ ਦੇ ਸ਼ਬਦ ਪੰਜ ਅਤੇ ਆਬ ਤੋਂ ਮਿਲ ਕੇ ਬਣੇ ਹੈ। ਪਿਆਰੇ ਵਿਦਿਆਰਥੀਓ, ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੁੰਦਾ ਹੈ। ਇਸ ਤਰ੍ਹਾਂ ਪੰਜਾਬ ਦਾ ਇਹ ਨਾਂ ਪ੍ਰਚਲਿਤ ਹੋਇਆ। 1849 ਈਸਵੀ ਵਿੱਚ ਅੰਗਰੇਜ਼ਾਂ ਨੇ ਭਾਰਤ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਅਤੇ ਇਸ ਨੂੰ ਪੰਜਾਬ ਪ੍ਰਾਂਤ ਦਾ ਨਾਂ ਦਿੱਤਾ ਸੀ। 1947 ਦੇ ਵੇਲੇ 1947 ਈਸਵੀ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਣ ਕਾਰਨ ਪੰਜਾਬ ਵੀ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ। ਪਾਕਿਸਤਾਨ ਦੇ ਹਿੱਸੇ ਆਏ ਪੰਜਾਬ ਵਿੱਚ, ਜਿਸ ਵਿੱਚ ਜੇਹਲਮ, ਚਨਾਬ ਅਤੇ ਰਾਵੀ ਨਦੀ ਦੇ ਇਲਾਕੇ ਸ਼ਾਮਲ ਸਨ, ਉਸ ਨੂੰ ਪੱਛਮੀ ਪੰਜਾਬ, ਅਤੇ ਭਾਰਤੀ ਪੰਜਾਬ, ਜਿਸ ਵਿੱਚ ਬਿਆਸ ਅਤੇ ਸਤਲੁਜ ਨਦੀ ਦੇ ਇਲਾਕੇ ਸ਼ਾਮਲ ਸਨ, ਇਸ ਨੂੰ ਪੂਰਬੀ ਪੰਜਾਬ ਕਿਹਾ ਜਾਂਦਾ ਹੈ। ਪਰੰਤੂ ਦੋਹਾਂ ਦੇਸ਼ਾਂ ਦੇ ਲੋਕ ਇਸ ਨੂੰ ਪੰਜਾਬ ਦੇ ਨਾਂ ਨਾਲ ਹੀ ਜਾਣਦੇ ਨੇ। ਪੰਜਾਬ ਹੀ ਇਸ ਦਾ ਹਰਮਨ ਪਿਆਰਾ ਨਾਂ ਹੈ। ਤਾਂ ਵੈਦਿਕ ਕਾਲ ਦੇ ਵਿੱਚ ਰਿਗਵੇਦ ਅਨੁਸਾਰ ਇਸ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ। ਹਿੰਦੂ ਮਹਾਂਕਾਵ ਅਤੇ ਪੁਰਾਣਾਂ ਦੇ ਵਿੱਚ ਪੰਜਾਬ ਨੂੰ ਪੰਚਨਦ ਕਹਿੰਦੇ ਸੀ। ਟੱਕ ਕਬੀਲੇ ਦਾ ਇੱਥੇ ਸ਼ਾਸਨ ਹੋਣ ਕਾਰਨ ਇਸ ਨੂੰ ਟੱਕ ਪ੍ਰਦੇਸ਼ ਜਾਂ ਟੱਕੀ ਵੀ ਕਿਹਾ ਜਾਂਦਾ ਸੀ। ਔਰ ਚੀਨੀ ਯਾਤਰੀ ਹਿਊਨ-ਸਾਂਗ ਨੇ ਇਸ ਨੂੰ ਸੇਕੀਆ ਦਾ ਨਾਮ ਦਿੱਤਾ ਸੀ। ਮੱਧਕਾਲ ਦੇ ਵਿੱਚ ਇਸ ਨੂੰ ਲਾਹੌਰ ਸੂਬਾ ਪੰਜਾਬ ਕਿਹਾ ਜਾਂਦਾ ਸੀ ਔਰ 1849 ਈਸਵੀ ਦੇ ਵਿੱਚ ਇਸ ਨੂੰ ਪੰਜਾਬ ਕਿਹਾ ਜਾਣ ਲੱਗ ਪਿਆ। ਤਾਂ ਪੰਜਾਬ ਦਾ ਬਦਲਦਾ ਰੂਪ ਜਿਹੜਾ ਹੈਗਾ ਉਹ ਅਸੀਂ ਦੇਖ ਸਕਦੇ ਹਾਂ। ਪੰਜਾਬ ਬਦਲਦਾ ਰਿਹਾ। ਰਿਗਵੈਦਿਕ ਕਾਲ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਤੱਕ ਵੀ ਪੰਜਾਬ ਦੀਆਂ ਸੀਮਾਵਾਂ ਵਿੱਚ ਲਗਾਤਾਰ ਤਬਦੀਲੀ ਹੁੰਦੀ ਰਹੀ। ਰਿਗਵੇਦ ਦੇ ਸਮੇਂ ਸਿੰਧੂ ਨਦੀ ਤੋਂ ਸਰਸਵਤੀ ਨਦੀ ਦੇ ਵਿਚਕਾਰ ਦਾ ਖੇਤਰ ਸਪਤ ਸਿੰਧੂ ਪੰਜਾਬ ਵਿੱਚ ਸ਼ਾਮਲ ਸੀ। ਚੰਦਰਗੁਪਤ ਮੌਰੀਆ ਨੇ ਜਦੋਂ ਪੱਛਮ ਵੱਲ ਅਫਗਾਨਿਸਤਾਨ ਅਤੇ ਬਲੋਚਿਸਤਾਨ ਦੇ ਖੇਤਰਾਂ ਤੱਕ ਆਪਣੇ ਰਾਜ ਦਾ ਵਿਸਥਾਰ ਕਰਕੇ ਪੰਜਾਬ ਦੀਆਂ ਸੀਮਾਵਾਂ ਨੂੰ ਹਿੰਦੂ ਕੁਸ਼ ਦੇ ਪਹਾੜਾਂ ਤੱਕ ਪਹੁੰਚਾਇਆ ਸੀ ਅਤੇ ਤਕਸ਼ਲਾ ਵੀ ਪੰਜਾਬ ਦਾ ਹਿੱਸਾ ਬਣ ਗਈ ਸੀ। ਹਿੰਦੀ ਬਾਖਤਰੀ ਅਤੇ ਹਿੰਦੀ ਪਾਰਥੀ ਰਾਜਿਆਂ ਦੇ ਸਮੇਂ ਪੰਜਾਬ ਦੇ ਵਿੱਚ ਹਿੰਦੂ ਕੁਸ਼ ਦੀਆਂ ਪਹਾੜੀਆਂ ਤੱਕ ਚੰਦਰਗੁਪਤ ਮੌਰੀਆ ਨੇ ਇਹਨੂੰ ਪਹੁੰਚਾਇਆ ਸੀ। ਤਾਂ ਹਿੰਦੀ ਬਾਖਤਰੀ ਅਤੇ ਹਿੰਦੀ ਪਾਰਥੀ ਰਾਜਿਆਂ ਦੇ ਸਮੇਂ ਪੰਜਾਬ ਦੀ ਸੀਮਾ ਅਫਗਾਨਿਸਤਾਨ ਤੱਕ ਲੱਗਦੀ ਸੀ ਅਤੇ ਰਾਜਧਾਨੀ ਸਿਆਲਕੋਟ ਪਾਕਿਸਤਾਨ ਸੀ। ਤਾਂ ਦਿੱਲੀ ਸਲਤਨਤ ਕਾਲ ਦੇ ਵਿੱਚ ਪੰਜਾਬ ਲਾਹੌਰ ਸੂਬੇ ਦੀ ਸੀਮਾ ਸਤਲੁਜ ਨਦੀ ਤੋਂ ਪੇਸ਼ਾਵਰ ਤੱਕ ਸੀ। ਮੁਗਲ ਬਾਦਸ਼ਾਹ ਅਕਬਰ ਨੇ ਪੰਜਾਬ ਨੂੰ ਦੋ ਪ੍ਰਾਂਤਾਂ 'ਚ ਵੰਡਿਆ ਹੋਇਆ ਸੀ। ਅਕਬਰ ਨੇ ਇਸ ਨੂੰ ਦੋ ਪ੍ਰਾਂਤਾਂ 'ਚ ਵੰਡਿਆ ਸੀ, ਜਿਨ੍ਹਾਂ ਦੇ ਨਾਂ ਲਾਹੌਰ ਅਤੇ ਮੁਲਤਾਨ ਪ੍ਰਾਂਤ ਰੱਖੇ ਗਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਖੈਬਰ ਦਰੇ ਤੱਕ ਫੈਲਿਆ ਹੋਇਆ ਸੀ, ਜਿਸ ਦੀ ਰਾਜਧਾਨੀ ਲਾਹੌਰ ਸੀ। 1849 ਦੇ ਵਿੱਚ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਮਿਲਾ ਲਿਆ ਗਿਆ ਅਤੇ 1857 ਈਸਵੀ ਦੇ ਵਿਦਰੋਹ ਤੋਂ ਬਾਅਦ ਦਿੱਲੀ ਸਤਲੁਜ ਨਦੀ ਤੋਂ ਜਮਨਾ ਨਦੀ ਤੱਕ ਦੇ ਇਲਾਕੇ ਨੂੰ ਵੀ ਪੰਜਾਬ ਦਾ ਹਿੱਸਾ ਬਣਾ ਲਿਆ ਗਿਆ। ਇਸੇ ਤਰ੍ਹਾਂ 1921 ਈਸਵੀ ਵਿੱਚ ਲਾਰਡ ਕਰਜ਼ਨ ਨੇ ਪੱਛਮ ਵੱਲ ਸਿੰਧ ਨਦੀ ਤੋਂ ਪਾਰ ਦੇ ਇਲਾਕੇ ਨੂੰ ਪੰਜਾਬ ਨਾਲੋਂ ਵੱਖਰਾ ਕਰਕੇ ਉੱਤਰ ਪੱਛਮੀ ਸਰਹੱਦ ਸੂਬਾ ਬਣਾਇਆ ਸੀ। 1911 ਦੇ ਵਿੱਚ ਲਾਰਡ ਹਾਰਡਿੰਗ ਨੇ ਪੂਰਬ ਵੱਲ ਸਤਲੁਜ ਨਦੀ ਤੋਂ ਜਮਨਾ ਨਦੀ ਤੱਕ ਦਾ ਜਿਹੜਾ ਇਲਾਕਾ ਸੀ ਉਸ ਨੂੰ ਇੱਕ ਵਾਰ ਫਿਰ ਪੰਜਾਬ ਦੇ ਨਾਲ ਵੱਖਰਾ ਕਰਕੇ ਦਿੱਲੀ ਨੂੰ ਹਿੰਦੁਸਤਾਨ ਦੀ ਰਾਜਧਾਨੀ ਬਣਾਇਆ ਸੀ। ਇਸੇ ਤਰ੍ਹਾਂ ਇਤਿਹਾਸ ਵਿੱਚ ਪੰਜਾਬ ਜਿਹੜਾ ਸੀ ਉਹ
ਸਹੀ ਅਰਥਾਂ ਦੇ ਵਿੱਚ ਪਹਿਲੀ ਵਾਰ 5 ਨਦੀਆਂ ਦੀ ਧਰਤੀ ਦੇ ਸਰੂਪ ਵਿੱਚ ਆਇਆ ਸੀ। ਇਸ ਤੋਂ ਬਾਅਦ 1947 ਦੇ ਵਿੱਚ ਭਾਰਤ ਦੀ ਆਜ਼ਾਦੀ ਸਮੇਂ ਪੰਜਾਬ ਦੀ ਫੇਰ ਵੰਡ ਹੋਈ ਤਾਂ ਪੰਜਾਬ ਦਾ ਪੱਛਮੀ ਹਿੱਸਾ ਜਿਹੜਾ ਕਿ ਮੁਸਲਮਾਨ ਬਹੁ ਗਿਣਤੀ ਵਾਲਾ ਇਲਾਕਾ ਸੀ, ਉਹ ਨਵੇਂ ਬਣੇ ਦੇਸ਼ ਪਾਕਿਸਤਾਨ ਦੇ ਵਿੱਚ ਚਲਾ ਗਿਆ ਅਤੇ ਪੂਰਬੀ ਹਿੱਸਾ ਭਾਰਤ ਵਿੱਚ ਹੀ ਰਹਿ ਗਿਆ। ਉਸ ਸਮੇਂ ਪੰਜਾਬ ਦੇ 29 ਜ਼ਿਲ੍ਹਿਆਂ ਵਿੱਚੋਂ 13 ਜ਼ਿਲ੍ਹੇ ਪਾਕਿਸਤਾਨੀ ਪੰਜਾਬ ਅਤੇ 16 ਜ਼ਿਲ੍ਹੇ ਭਾਰਤੀ ਪੰਜਾਬ ਦੇ ਹਿੱਸੇ ਆਏ ਸੀ। 1956 ਵਿੱਚ ਰਾਜ ਪੁਨਰਗਠਨ ਦੇ ਕਾਰਨ ਮਾਲਵਾ ਦੀਆਂ ਜਿਹੜੀਆਂ ਰਿਆਸਤਾਂ ਸੀ, ਸਤਲੁਜ ਨਦੀ ਤੋਂ ਘੱਗਰ ਨਦੀ ਤੱਕ ਦਾ ਇਲਾਕਾ, ਅਤੇ ਇਹ ਭੰਗ ਕਰਕੇ ਪੰਜਾਬ ਰਾਜ ਵਿੱਚ ਮਿਲਾ ਦਿੱਤਾ ਗਿਆ ਸੀ। 1 ਨਵੰਬਰ 1966 ਦੀ ਜੇ ਅਸੀਂ ਗੱਲ ਕਰੀਏ ਤਾਂ 1 ਨਵੰਬਰ 1966 ਨੂੰ ਭਾਸ਼ਾ ਦੇ ਆਧਾਰ 'ਤੇ ਹੋਏ ਰਾਜ ਦੇ ਪੁਨਰਗਠਨ ਦੀ ਮੰਗ ਨੂੰ ਲੈ ਕੇ ਪੰਜਾਬ ਦੀ ਇੱਕ ਵਾਰ ਫੇਰ ਵੰਡ ਹੋਈ ਅਤੇ ਇੱਕ ਨਵਾਂ ਰਾਜ ਹਰਿਆਣਾ ਬਣਾਇਆ ਗਿਆ ਅਤੇ ਪੰਜਾਬ ਦਾ ਕੁਝ ਪਹਾੜੀ ਹਿੱਸਾ ਜਿਹੜਾ ਸੀ ਉਹ ਹਿਮਾਚਲ ਪ੍ਰਦੇਸ਼ ਵਿੱਚ ਮਿਲਾ ਦਿੱਤਾ ਗਿਆ। ਇਸ ਵੰਡ ਤੋਂ ਬਾਅਦ ਹੀ ਵਰਤਮਾਨ ਪੰਜਾਬ ਦੀ ਸਥਾਪਨਾ ਹੋਈ ਸੀ। ਤਾਂ ਆਜ਼ਾਦ ਭਾਰਤੀ ਪੰਜਾਬ ਜਿਹੜਾ ਪੂਰਬੀ ਪੰਜਾਬ ਹੈ, ਉਸ ਦੇ ਵਿੱਚ ਅੰਬਾਲਾ, ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਜਲੰਧਰ, ਗੁਰਦਾਸਪੁਰ, ਗੁੜਗਾਉਂ, ਹਿਸਾਰ, ਹੁਸ਼ਿਆਰਪੁਰ, ਕਾਂਗੜਾ, ਕਪੂਰਥਲਾ, ਮਹਿੰਦਰਗੜ੍ਹ, ਪਟਿਆਲਾ, ਰੋਹਤਕ, ਸੰਗਰੂਰ ਅਤੇ ਸ਼ਿਮਲਾ ਜ਼ਿਲ੍ਹੇ ਸ਼ਾਮਲ ਕੀਤੇ ਗਏ ਸੀ। 1 ਨਵੰਬਰ 1966 ਨੂੰ ਪੰਜਾਬ ਦੀ ਜਿਹੜੀ ਵੰਡ ਹੋਈ ਉਸ ਦੇ ਵਿੱਚ ਜ਼ਿਲ੍ਹਾ ਅੰਬਾਲਾ, ਕਰਨਾਲ, ਰੋਹਤਕ, ਹਿਸਾਰ, ਗੁੜਗਾਉਂ, ਮਹਿੰਦਰਗੜ੍ਹ ਅਤੇ ਜੀਂਦ ਤਹਿਸੀਲ ਦੇ ਇਲਾਕੇ ਹਰਿਆਣੇ ਦੇ ਹਿੱਸੇ 'ਚ ਆਏ ਸੀ। ਜ਼ਿਲ੍ਹਾ ਸ਼ਿਮਲਾ, ਕਾਂਗੜਾ ਅਤੇ ਊਨਾ ਤਹਿਸੀਲ ਜਿਹੜੀ ਸੀ ਉਸ ਸਮੇਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਹਿਮਾਚਲ ਪ੍ਰਦੇਸ਼ ਦਾ ਹਿੱਸੇ ਦੇ ਵਿੱਚ ਆਈ ਸੀ। ਤਾਂ ਅਸੀਂ ਅੱਗੇ ਦੇਖਾਂਗੇ ਪੰਜਾਬ ਦੀਆਂ ਉਪਭਾਸ਼ਾਵਾਂ। ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੱਕ ਸਰਵੇਖਣ ਕੀਤਾ ਗਿਆ ਤਾਂ ਉਸ ਸਰਵੇਖਣ ਦੇ ਮੁਤਾਬਕ ਪੰਜਾਬ ਦੀਆਂ ਕੁੱਲ 28 ਜਿਹੜੀਆਂ ਹੈਗੀਆਂ ਉਪਭਾਸ਼ਾਵਾਂ ਹਨ ਅਤੇ ਇਹਨਾਂ ਵਿੱਚੋਂ ਭਾਰਤੀ ਪੰਜਾਬ ਦੀਆਂ ਜਿਹੜੀਆਂ ਮੁੱਖ ਉਪਭਾਸ਼ਾਵਾਂ ਹਨ ਉਹ ਹੈਗੀਆਂ ਮਾਝੀ, ਦੁਆਬੀ, ਮਲਵਈ, ਪੁਆਧੀ ਅਤੇ ਡੋਗਰੀ। ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 28 ਉਪਭਾਸ਼ਾਵਾਂ ਦਾ ਸਰਵੇਖਣ ਕੀਤਾ ਹੈ ਅਤੇ ਇਹਨਾਂ ਦੇ ਵਿੱਚੋਂ ਭਾਰਤੀ ਪੰਜਾਬ ਦੀਆਂ ਜਿਹੜੀਆਂ ਮੁੱਖ ਉਪਭਾਸ਼ਾਵਾਂ ਹਨ ਉਹ ਮਾਝੀ, ਦੁਆਬੀ, ਮਲਵਈ, ਪੁਆਧੀ ਅਤੇ ਡੋਗਰੀ ਹਨ। ਮਾਝੀ ਭਾਰਤੀ ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਤਾਂ ਮਾਝੀ ਭਾਸ਼ਾ ਜਿਹੜੀ ਹੈਗੀ ਉਪਭਾਸ਼ਾ ਪੰਜਾਬੀ ਦੀ, ਇਹ ਭਾਰਤੀ ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ 'ਚ ਬੋਲੀ ਜਾਂਦੀ ਹੈ। ਪੰਜਾਬੀ ਦਾ ਜਿਹੜਾ ਟਕਸਾਲੀ ਰੂਪ ਹੈ ਉਹ ਇਸ ਭਾਸ਼ਾ ਦੇ ਬਹੁਤ ਨੇੜੇ ਹੈ। ਇਸੇ ਤਰ੍ਹਾਂ ਦੁਆਬੀ ਉਪਭਾਸ਼ਾ ਜਿਹੜੀ ਹੈਗੀ ਉਹ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਹੈ। ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਲੁਧਿਆਣਾ ਜ਼ਿਲ੍ਹੇ ਮਲਵਈ ਉਪਭਾਸ਼ਾ ਦੇ ਖੇਤਰ ਨੇ। ਤਾਂ ਮਾਲਵਾ ਜਿਹੜਾ ਹੈਗਾ ਮਲਵਈ ਉਪਭਾਸ਼ਾ ਦੇ ਖੇਤਰ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਲੁਧਿਆਣਾ ਹਨ। ਰੋਪੜ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹੇ ਪੁਆਧੀ ਉਪਭਾਸ਼ਾ ਦੇ ਖੇਤਰ ਨੇ। ਤਾਂ ਡੋਗਰੀ ਭਾਸ਼ਾ ਜੰਮੂ ਅਤੇ ਕਸ਼ਮੀਰ ਦੇ ਪ੍ਰਾਂਤ ਜਿਹੜੇ ਹੈਗਾ ਖੇਤਰ ਹੈ ਜੰਮੂ ਦੇ ਵਿੱਚ ਬੋਲੀ ਜਾਂਦੀ ਹੈ। ਅੱਗੇ ਅਸੀਂ ਗੱਲ ਕਰਾਂਗੇ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦੀ। ਤਾਂ ਅਸੀਂ ਜਿਸ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਅਧਿਐਨ ਕਰ ਰਹੇ ਹਾਂ ਉਹ ਜਿਹੜਾ ਸਿੰਧ ਨਦੀ ਅਤੇ ਜਮਨਾ ਨਦੀ ਦਾ ਵਿਚਕਾਰ ਦਾ ਇਲਾਕਾ ਹੈ। ਇਸ ਇਲਾਕੇ ਦੇ ਉੱਤਰ ਵਿੱਚ ਹਿਮਾਲਾ ਪਰਬਤ, ਉੱਤਰ ਪੱਛਮ ਵਿੱਚ ਸੁਲੇਮਾਨ ਅਤੇ ਕਿਰਥਾਰ ਦੀਆਂ ਪਰਬਤ ਲੜੀਆਂ ਹਨ ਅਤੇ ਪੂਰਬ ਵਿੱਚ ਜਮਨਾ ਨਦੀ ਅਤੇ ਦੱਖਣ ਵਿੱਚ ਸਿੰਧ ਅਤੇ ਰਾਜਸਥਾਨ ਦਾ ਥਾਰ ਮਾਰੂਥਲ ਹੈ। ਤਾਂ ਭੂਗੋਲਿਕ ਅਸੀਂ ਦੇਖ ਸਕਦੇ ਹਾਂ ਕਿ ਉੱਤਰ ਵਿੱਚ ਹਿਮਾਲਾ ਅਤੇ ਉੱਤਰ ਪੱਛਮ ਵਿੱਚ ਸੁਲੇਮਾਨ ਅਤੇ ਕਿਰਥਾਰ ਦੀਆਂ ਪਰਬਤ ਲੜੀਆਂ ਅਤੇ ਸੁਲੇਮਾਨ ਅਤੇ ਕਿਰਥਾਰ ਪਰਬਤ ਲੜੀਆਂ ਦੇਖੀਆਂ ਜਾ ਸਕਦੀਆਂ ਹਨ। ਤਾਂ ਭੂਗੋਲਿਕ ਦ੍ਰਿਸ਼ਟੀਕੋਣ ਤੋਂ ਪੰਜਾਬ ਨੂੰ ਅੱਗੇ 3 ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਇਸ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਭਾਗ ਹੈ ਹਿਮਾਲਾ ਪਰਬਤ ਆ ਗਿਆ। ਤਾਂ ਇਸ ਨੂੰ ਬਰਫ਼ ਦਾ ਘਰ ਹਿਮ ਤੋਂ ਬਰਫ਼ ਦਾ ਘਰ ਵੀ ਕਿਹਾ ਜਾਂਦਾ ਹੈ। ਭਾਰਤ ਦੇ ਉੱਤਰ ਵਿੱਚ ਇਹ ਸਥਿਤ ਹੈ। ਇਸ ਦੀ ਪੱਛਮ ਤੋਂ ਪੂਰਬ ਵੱਲ ਜਿਹੜੀ ਲੰਬਾਈ ਹੈ ਉਹ 2400 ਕਿਲੋਮੀਟਰ ਹੈ ਅਤੇ ਉੱਤਰ ਤੋਂ ਦੱਖਣ ਵੱਲ ਚੌੜਾਈ ਲਗਭਗ 250 ਕਿਲੋਮੀਟਰ ਹੈ। ਹਿਮਾਲਾ ਵਿੱਚ ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਜਿਹੜੀ ਹੈਗੀ ਉਹ ਮਾਊਂਟ ਐਵਰੈਸਟ, ਜਿਹੜੀ ਅਸੀਂ ਜਾਣਦੇ ਹਾਂ 8848 ਮੀਟਰ, ਉਹ ਇੱਥੇ ਮਾਊਂਟ ਐਵਰੈਸਟ ਹਿਮਾਲਾ 'ਤੇ ਸਥਿਤ ਹੈ। ਪਰੰਤੂ ਹਿਮਾਲਾ ਦੀਆਂ ਸਾਰੀਆਂ ਜਿਹੜੀਆਂ ਪਹਾੜੀਆਂ ਦੀ ਉਚਾਈ ਇਕਸਾਰ ਨਹੀਂ ਹੈਗੀ। ਉਚਾਈ ਦੇ ਲਿਹਾਜ਼ ਨਾਲ ਹਿਮਾਲਾ ਪਰਬਤ ਦੀਆਂ 3 ਅੱਗੇ ਸ਼੍ਰੇਣੀਆਂ ਹੈਗੀਆਂ। ਤਾਂ ਔਸਤ ਉਚਾਈ ਜਿਹੜੀ ਹੈਗੀ ਵਿਸ਼ਾਲ ਹਿਮਾਲਾ ਦੀ ਇਹ 20000 ਫੁੱਟ ਹੈ ਅਤੇ ਮੱਧ ਹਿਮਾਲਾ ਦੀ ਜਿਹੜੀ ਔਸਤ ਉਚਾਈ ਹੈ 6000 ਤੋਂ 7000 ਫੁੱਟ ਹੈ ਔਰ ਬਾਹਰੀ ਹਿਮਾਲਾ ਦੀ ਜਿਹੜੀ ਔਸਤ ਉਚਾਈ ਹੈ ਉਹ 4000 ਤੋਂ 5000 ਫੁੱਟ ਹੈ। ਅਤੇ ਹਿਮਾਲਾ ਅਤੇ ਉੱਤਰ ਪੱਛਮੀ ਪਰਬਤ ਲੜੀਆਂ ਜੇ ਦੇਖੀਏ ਤਾਂ ਪੰਜਾਬ ਦੇ ਉੱਤਰ ਪੱਛਮ ਦੇ ਵਿੱਚ
ਹਿਮਾਲਿਆ ਦੀਆਂ ਸੁਲੇਮਾਨ ਅਤੇ ਕਿਰਥਾਰ ਪਰਬਤ ਸ਼ਾਖਾਵਾਂ ਹਨ। ਇਹ ਪਰਬਤ ਸ਼ਾਖਾਵਾਂ ਜ਼ਿਆਦਾ ਉੱਚੀਆਂ ਨਹੀਂ ਹੈਗੀਆਂ, ਇਸ ਕਾਰਨ ਇਹਨਾਂ ਵਿੱਚ ਕਈ ਦर्रे ਬੰਨੇ ਹੋਏ ਨੇ। ਇਹਨਾਂ ਵਿੱਚੋਂ ਖੈਬਰ, ਕੁਰਮ, ਟੋਚੀ, ਗੋਮਲ ਅਤੇ ਦर्रा ਬੁਲਾਨ ਇਹ ਪ੍ਰਸਿੱਧ ਦर्रे ਨੇ। ਖੈਬਰ ਦर्रा ਇਹਨਾਂ 'ਚ ਬਹੁਤ ਪ੍ਰਸਿੱਧ ਦर्रा ਹੈ। ਇਹਨਾਂ ਦਰਿਆਂ ਨੇ ਹੀ ਪੰਜਾਬ ਅਤੇ ਭਾਰਤ ਦੇ ਸੰਪੂਰਨ ਇਤਿਹਾਸ ਨੂੰ ਪ੍ਰਭਾਵਿਤ ਕੀਤਾ, ਕਿਉਂਕਿ ਖੈਬਰ ਦर्रा ਲਗਭਗ 3500 ਫੁੱਟ ਉਚਾਈ 'ਤੇ ਹੈ। ਸਭ ਤੋਂ ਮਹੱਤਵਪੂਰਨ ਦर्रा ਹੈ। ਇਹ ਕਾਬਲ ਮਤਲਬ ਅਫਗਾਨਿਸਤਾਨ ਨੂੰ ਪਿਸ਼ਾਵਰ ਪਾਕਿਸਤਾਨ ਦੇ ਨਾਲ ਮਿਲਾਉਂਦਾ ਹੈ। ਪੱਛਮੀ ਅਤੇ ਮੱਧ ਏਸ਼ੀਆਈ ਦੇਸ਼ਾਂ ਤੋਂ ਜਿੰਨੇ ਵੀ ਵਿਦੇਸ਼ੀ ਹਮਲਾਵਰ ਆਏ ਉਹ ਇਸ ਦर्रे ਰਾਹੀਂ ਪੰਜਾਬ ਹੁੰਦੇ ਹੋਏ ਭਾਰਤ ਵਿੱਚ ਦਾਖਲ ਹੋਏ। ਇਹਨਾਂ ਦਰਿਆਂ ਰਾਹੀਂ ਭਾਰਤ ਦਾ ਜਿਹੜਾ ਮੱਧ ਏਸ਼ੀਆ ਨਾਲ ਵਪਾਰ ਹੁੰਦਾ ਰਿਹਾ। ਅਤੇ ਬੁਲਾਨ ਦर्रा ਸਭ ਤੋਂ ਚੌੜਾ ਦर्रा ਹੈ, ਜਿਹੜਾ ਕਿ ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ਵਿੱਚ ਸਥਿਤ ਹੈ। ਅੱਗੇ ਅਸੀਂ ਕਰਾਂਗੇ ਗੱਲ ਉਪ ਪਰਬਤੀ ਖੇਤਰਾਂ ਦੀ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ। ਅਤੇ ਹਿਮਾਲਿਆ ਦੀਆਂ ਜਿਹੜੀਆਂ ਪੀਰ ਪੰਜਾਲ ਸ਼ਾਖਾਵਾਂ ਨੇ ਉਹਨਾਂ ਦੇ ਦੱਖਣ ਵਿੱਚ ਸ਼ਿਵਾਲਿਕ ਅਤੇ ਕਸੌਲੀ ਦੀਆਂ ਪਹਾੜੀਆਂ ਦੀ ਢਲਾਨੀ ਜਿਹੜੇ ਖੇਤਰ ਨੇ ਉਹਨਾਂ ਨੂੰ ਪੰਜਾਬ ਦਾ ਤਰਾਈ ਜਾਂ ਉਪ ਪਰਬਤੀ ਖੇਤਰ ਕਿਹਾ ਜਾਂਦਾ ਹੈ। ਅਤੇ ਹਿਮਾਲਿਆ ਦੀਆਂ ਪੀਰ ਪੰਜਾਲ ਸ਼ਾਖਾਵਾਂ ਦੇ ਦੱਖਣ 'ਚ ਸ਼ਿਵਾਲਿਕ ਅਤੇ ਕਸੌਲੀ ਦੀਆਂ ਜਿਹੜੀਆਂ ਪਹਾੜੀਆਂ ਨੇ ਇਹਨਾਂ ਦੇ ਢਲਾਨੀ ਖੇਤਰ ਨੂੰ ਪੰਜਾਬ ਦਾ ਤਰਾਈ ਦਾ ਇਲਾਕਾ ਜਾਂ ਉਪ ਪਰਬਤੀ ਖੇਤਰ ਕਿਹਾ ਜਾਂਦਾ ਹੈ। ਇਸ ਖੇਤਰ ਦੇ ਵਿੱਚ ਪਹਾੜੀਆਂ ਦੀ ਜਿਹੜੀ ਔਸਤ ਉਚਾਈ ਹੈ ਉਹ 1000 ਤੋਂ 3000 ਫੁੱਟ ਹੈ, 1000 ਤੋਂ 3000 ਫੁੱਟ ਤੱਕ ਹੈ। ਇਸ ਵਿੱਚ ਸਿਆਲਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਾਂਗੜਾ, ਊਣਾ ਅਤੇ ਅੰਬਾਲਾ ਦੇ ਇਲਾਕੇ ਸ਼ਾਮਲ ਨੇ। ਇਹ ਜਿਹੜਾ ਇਲਾਕਾ ਹੈ ਇਸ ਦੇ ਵਿੱਚ ਸਿਆਲਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਾਂਗੜਾ, ਊਣਾ ਅਤੇ ਅੰਬਾਲਾ ਦੇ ਇਲਾਕੇ ਇਹਨਾਂ ਵਿੱਚ ਸ਼ਾਮਲ ਨੇ। ਅਤੇ ਇੱਥੇ ਵਰਖਾ ਤਾਂ ਬਹੁਤ ਹੁੰਦੀ ਹੈ, ਪਰ ਮਿੱਟੀ ਰੇਤਲੀ ਅਤੇ ਪਥਰੀਲੀ ਹੋਣ ਕਾਰਨ ਜ਼ਿਆਦਾ ਉਪਜਾਊ ਨਹੀਂ ਹੈਗੀ। ਇੱਥੋਂ ਦੀਆਂ ਮੁੱਖ ਫਸਲਾਂ ਚਾਵਲ, ਮੱਕੀ, ਆਲੂ ਅਤੇ ਕਣਕ ਹਨ। ਇਹ ਇਲਾਕਾ ਪ੍ਰਕਿਰਤਿਕ ਸੁੰਦਰਤਾ ਨਾਲ ਵੀ ਬਹੁਤ ਭਰਿਆ ਹੋਇਆ ਹੈ। ਅੱਗੇ ਮੈਦਾਨੀ ਭਾਗ ਆਉਂਦਾ ਹੈ ਤਾਂ ਪੰਜਾਬ ਦੇ ਜਿਹੜੇ ਉਪ ਪਰਬਤੀ ਖੇਤਰ ਨੇ ਉਹਨਾਂ ਦੇ ਹੇਠਾਂ ਦੱਖਣ ਵਾਲੇ ਪਾਸੇ ਸਿੰਧ ਨਦੀ ਤੋਂ ਲੈ ਕੇ ਪੰਜਾਬ ਦੇ ਉਪ ਪਰਬਤੀ ਖੇਤਰਾਂ ਦੇ ਵਿੱਚ ਹੇਠਾਂ ਦੱਖਣ ਵਾਲੇ ਪਾਸੇ ਤੋਂ ਸਿੰਧ ਨਦੀ ਤੋਂ ਲੈ ਕੇ ਜਮਨਾ ਨਦੀ ਤੱਕ ਦਾ ਮੈਦਾਨੀ ਖੇਤਰ ਹੈ, ਜਿਹੜਾ ਕਿ ਪੰਜਾਬ ਦੀਆਂ ਨਦੀਆਂ ਦੁਆਰਾ ਹਿਮਾਲਿਆ ਤੋਂ ਵਹਾ ਕੇ ਲਿਆਈ ਗਈ ਜਲੋੜ ਮਿੱਟੀ ਦਾ ਬਣਿਆ ਹੋਇਆ। ਅਤੇ ਇਹ ਪੰਜਾਬ ਦਾ ਸਭ ਤੋਂ ਵੱਡਾ ਭਾਗ ਹੈ। ਇਸ ਖੇਤਰ ਨੂੰ ਮੁੱਖ ਅੱਗੇ 3 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ, ਜਿਸ ਦੇ ਵਿੱਚ 5 ਦੁਆਬ ਹਨ। ਤਾਂ ਅਕਬਰ ਦੇ ਸਮੇਂ ਵਿੱਚ ਪੰਜਾਬ ਨੂੰ 5 ਦੁਆਬਿਆਂ ਦੇ ਵਿੱਚ ਵੰਡਿਆ ਗਿਆ ਸੀ। ਇਹਨਾਂ ਦੁਆਬਿਆਂ ਦੇ ਨਾਂ ਉਹਨਾਂ ਦੋਹਾਂ ਨਦੀਆਂ ਦੇ ਨਾਂ ਦੇ ਪਹਿਲੇ ਅੱਖਰਾਂ ਨੂੰ ਜੋੜ ਕੇ ਬਣਾਏ ਗਏ ਸੀ, ਜਿਨ੍ਹਾਂ ਨਦੀਆਂ ਦੇ ਵਿਚਕਾਰ ਉਹ ਇਲਾਕਾ ਪੈਂਦਾ ਸੀ। ਇਹ ਵੰਡ ਅਤੇ ਨਾਮਕਰਨ ਅਕਬਰ ਦੇ ਸਮੇਂ ਤੋਂ ਅੱਜ ਤੱਕ ਉਸੇ ਤਰ੍ਹਾਂ ਹੀ ਮੌਜੂਦ ਹੈ। ਇਸ ਦੇ ਵਿੱਚ ਸਿੰਧ ਸਾਗਰ ਦੁਆਬ, ਚੱਜ ਦੁਆਬ, ਰਚਨਾ ਦੁਆਬ, ਬਾਰੀ ਦੁਆਬ ਅਤੇ ਬਿਸਤ ਦੁਆਬ ਇਹ 5 ਦੁਆਬੇ ਨੇ। ਸਿੰਧ ਸਾਗਰ ਦੁਆਬ ਜਿਹੜਾ ਹੈਗਾ ਇਹਦੀਆਂ ਨਦੀਆਂ ਸਿੰਧ ਅਤੇ ਜੇਹਲਮ ਨੇ। ਜੇਹਲਮ ਰਾਵਲਪਿੰਡੀ, ਅਟਕ ਅਤੇ ਮੀਆਂਵਾਲੀ ਦੇ ਇਹਦੇ ਪ੍ਰਸਿੱਧ ਸ਼ਹਿਰ ਨੇ। ਅਤੇ ਸਿੰਧ ਸਾਗਰ ਦੁਆਬ ਇਸ ਦੁਆਬ ਦਾ ਖੇਤਰ ਸਿੰਧ ਅਤੇ ਜੇਹਲਮ ਨਦੀਆਂ ਦੇ ਵਿਚਕਾਰ ਫੈਲਿਆ ਹੋਇਆ ਹੈ ਅਤੇ ਇਹ ਦੁਆਬ ਘੱਟ ਉਪਜਾਊ ਹੈ। ਦੂਜਾ ਦੁਆਬ ਜਿਹੜਾ ਹੈਗਾ ਚੱਜ ਦੁਆਬ। ਇਹ ਚੱਜ ਦੁਆਬ ਜਿਹੜਾ ਹੈਗਾ ਚਨਾਬ ਅਤੇ ਜੱਜੇ ਤੋਂ ਜੇਹਲਮ, ਚਨਾਬ ਅਤੇ ਜੇਹਲਮ ਨਦੀਆਂ ਦੇ ਵਿਚਕਾਰ ਦਾ ਇਲਾਕਾ ਹੈ। ਇਹ ਦੁਆਬ ਸਿੰਧ ਸਾਗਰ ਦੁਆਬ ਨਾਲੋਂ ਵਧੇਰੇ ਉਪਜਾਊ ਹੈ। ਤੀਜਾ ਹੈਗਾ ਰਚਨਾ ਦੁਆਬ। ਇਹ ਦੁਆਬ ਜਿਹੜਾ ਹੈਗਾ ਦਰਿਆ ਰਾਵੀ ਅਤੇ ਚਨਾਬ ਦੇ ਵਿਚਕਾਰ ਦਾ ਇਲਾਕਾ ਹੈ। ਇਹ ਵੀ ਬਹੁਤ ਉਪਜਾਊ ਇਲਾਕਾ ਹੈ। ਅਤੇ ਅੱਗੇ ਬਾਰੀ ਦੁਆਬ ਆ ਗਿਆ। ਬਾਰੀ ਦੁਆਬ ਜਿਹੜਾ ਹੈਗਾ ਇਹ ਬਿਆਸ ਅਤੇ ਰਾਵੀ ਨਦੀ ਵਿਚਕਾਰ ਫੈਲਿਆ ਹੋਇਆ ਹੈ। ਬਾਰੀ ਦੁਆਬ ਪੰਜਾਬ ਦੇ ਮੱਧ ਵਿੱਚ ਸਥਿਤ ਹੋਣ ਕਾਰਨ ਇਸ ਨੂੰ ਮਾਝਾ ਵੀ ਕਿਹਾ ਜਾਂਦਾ ਹੈ। ਇਹ ਦੁਆਬਾ ਕਾਫੀ ਉਪਜਾਊ ਹੈ। ਬਿਸਤ ਜਲੰਧਰ ਦੁਆਬ ਆ ਗਿਆ ਅੱਗੇ। ਤਾਂ ਇਹ ਦਰਿਆ ਬਿਆਸ ਅਤੇ ਸਤਲੁਜ ਦੇ ਵਿਚਕਾਰ ਸਥਿਤ ਇਲਾਕੇ ਨੂੰ ਬਿਸਤ ਜਲੰਧਰ ਦੁਆਬ ਕਿਹਾ ਜਾਂਦਾ ਹੈ। ਬੱਬੇ ਤੋਂ ਬਿਆਸ ਅਤੇ ਸੱਸੇ ਤੋਂ ਸਤਲੁਜ, ਬਿਸਤ ਜਲੰਧਰ ਦੁਆਬ। ਤਾਂ ਇਹ ਇਸ ਇਲਾਕੇ ਦਾ ਪ੍ਰਚਲਿਤ ਨਾਂ ਦੁਆਬਾ ਹੈ। ਇਸ ਇਲਾਕੇ ਨੂੰ ਵੀ ਇਹ ਵੀ ਬਹੁਤ ਉਪਜਾਊ ਹੈ। ਅਤੇ ਅੱਗੇ ਮਾਲਵਾ ਅਤੇ ਬਾਂਗਰ ਦੇ ਇਲਾਕੇ ਆ ਗਏ। ਤਾਂ ਪੰਜਾਬ ਦੇ ਸਤਲੁਜ ਦਰਿਆ ਤੋਂ ਜਮਨਾ ਨਦੀ ਦੇ ਵਿਚਕਾਰ ਜਿਹੜੇ ਵਿਸ਼ਾਲ ਮੈਦਾਨੀ ਇਲਾਕਾ ਹੈ ਇਸ ਨੂੰ ਮਾਲਵਾ ਅਤੇ ਬਾਂਗਰ ਦਾ ਹਿੱਸੇ ਦੇ ਵਿੱਚ ਵੰਡਿਆ ਗਿਆ। ਤਾਂ ਮਾਲਵਾ ਜਿਹੜਾ ਹੈਗਾ ਇਹ ਸਤਲੁਜ ਅਤੇ ਘੱਗਰ ਨਦੀ ਦੇ ਵਿਚਕਾਰ ਦੇ ਇਲਾਕੇ ਨੂੰ ਮਾਲਵਾ ਆਖਦੇ ਨੇ ਅਤੇ ਇੱਥੇ ਦੇ ਵਸਨੀਕਾਂ ਨੂੰ ਮਲਵਈ ਕਿਹਾ ਜਾਂਦਾ। ਇਸ ਵਿੱਚ ਪਟਿਆਲਾ, ਰੋਪੜ, ਸਰਹੰਦ, ਲੁਧਿਆਣਾ, ਫਿਰੋਜ਼ਪੁਰ, ਬਠਿੰਡਾ, ਫਰੀਦਕੋਟ, ਮਾਨਸਾ, ਫਾਜ਼ਿਲਕਾ ਆਦਿ ਇੱਥੇ ਦੇ ਪ੍ਰਸਿੱਧ ਨਗਰ ਨੇ। ਤਾਂ ਮਾਲਵੇ ਦਾ ਜਿਹੜਾ ਇਲਾਕਾ ਹੈ ਇਹਨਾਂ ਦੇ ਇੱਥੇ ਰਹਿਣ ਵਾਲੇ ਲੋਕਾਂ ਨੂੰ ਮਲਵਈ ਕਿਹਾ ਜਾਂਦਾ। ਅਤੇ ਇਹ ਇਲਾਕਾ ਜਿਹੜਾ ਹੈਗਾ ਪਟਿਆਲਾ, ਰੋਪੜ, ਸਰਹੰਦ, ਲੁਧਿਆਣਾ, ਫਿਰੋਜ਼ਪੁਰ, ਬਠਿੰਡਾ, ਫਰੀਦਕੋਟ, ਮਾਨਸਾ, ਫਾਜ਼ਿਲਕਾ ਦੇ ਜਿਹੜੇ ਇਹਦੇ ਮਸ਼ਹੂਰ ਜ਼ਿਲ੍ਹੇ ਨੇ।
ਇਸੇ ਤਰ੍ਹਾਂ ਬਾਂਗਰ ਦਾ ਇਲਾਕਾ ਜਿਹੜਾ ਹੈਗਾ, ਘੱਗਰ ਅਤੇ ਜਮਨਾ ਨਦੀ ਦੇ ਵਿਚਕਾਰ ਦੇ ਜਿਹੜੇ ਇਲਾਕੇ ਨੇ ਉਹਨੂੰ ਬਾਂਗਰ ਦਾ ਇਲਾਕਾ ਕਿਹਾ ਜਾਂਦਾ ਹੈ। ਇਸ ਨੂੰ ਹਰਿਆਣੇ ਦਾ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਖੇਤਰ ਵਿੱਚ ਅੰਬਾਲਾ, ਕੁਰੂਕਸ਼ੇਤਰ, ਪਾਣੀਪਤ, ਕਰਨਾਲ, ਥਾਨੇਸਰ ਅਤੇ ਇਹਦੇ ਨਾਲ ਰੋਹਤਕ, ਜੀਂਦ ਅਤੇ ਗੁੜਗਾਉਂ, ਜਿਹਨੂੰ ਗੁਰੂਗ੍ਰਾਮ ਕਹਿੰਦੇ ਆ, ਇਹ ਇਹਦੇ ਪ੍ਰਸਿੱਧ ਨਗਰ ਨੇ। ਤਾਂ ਮਾਲਵੇ ਦੇ ਜਿਹੜੇ ਖੇਤਰ ਹੈ ਉਹਦੇ ਜਿਹੜੇ ਵਸਨੀਕ ਨੇ ਉਹਨਾਂ ਨੂੰ ਮਲਵਈ ਕਿਹਾ ਜਾਂਦਾ ਹੈ। ਔਰ ਇਸ ਦੇ ਵਿੱਚ ਪਟਿਆਲਾ, ਰੋਪੜ, ਸਰਹੰਦ, ਲੁਧਿਆਣਾ, ਫਿਰੋਜ਼ਪੁਰ, ਬਠਿੰਡਾ, ਫਰੀਦਕੋਟ, ਮਾਨਸਾ, ਫਾਜ਼ਿਲਕਾ ਇਹਦੇ ਪ੍ਰਸਿੱਧ ਨਗਰ ਨੇ। ਔਰ ਬਾਂਗਰ ਦੇ ਜਿਹੜਾ ਹੈਗਾ, ਇਸ ਦੇ ਜਿਹੜੇ ਖੇਤਰ ਹੈ ਇਸ ਦੇ ਵਿੱਚ ਅੰਬਾਲਾ, ਕੁਰੂਕਸ਼ੇਤਰ, ਪਾਣੀਪਤ, ਕਰਨਾਲ, ਥਾਨੇਸਰ, ਰੋਹਤਕ, ਜੀਂਦ, ਗੁੜਗਾਉਂ ਜਾਂ ਗੁਰੂਗ੍ਰਾਮ ਇਹਦੇ ਪ੍ਰਸਿੱਧ ਨਗਰ ਨੇ। ਤਾਂ ਦੱਖਣ ਪੱਛਮ ਦੇ ਮਰੂਥਲ ਆ ਗਏ। ਤਾਂ ਬਾਂਗਰ ਦਾ ਜਿਹੜਾ ਇਹ ਦੁਆਬ ਇਹਦੇ ਤੁਸੀਂ ਦੇਖ ਸਕਦੇ ਹੋ, ਖਾਦਰ ਦਾ ਅਤੇ ਬਾਂਗਰ ਦਾ ਇਲਾਕਾ ਜਿਹੜਾ ਹੈਗਾ ਉਹ ਵੀ ਦਿਖਾਈ ਦੇ ਰਿਹਾ। ਤਾਂ ਖਾਦਰ ਜਿਹੜਾ ਹੈਗਾ ਉਹ ਨਵੀਂ ਜੰਮੀ ਹੋਈ ਮਿੱਟੀ ਦਾ ਇਲਾਕਾ ਹੁੰਦਾ, ਔਰ ਬਾਂਗਰ ਜਿਹੜਾ ਹੈਗਾ ਉਹ ਪੁਰਾਣੀ ਜੰਮੀ ਹੋਈ ਮਿੱਟੀ ਦਾ ਇਲਾਕਾ ਹੁੰਦਾ। ਅੱਗੇ ਦੱਖਣ ਪੱਛਮ ਦੇ ਮਰੂਥਲ ਆ ਗਏ। ਤਾਂ ਪੰਜਾਬ ਦੇ ਦੁਆਬਿਆਂ ਦੇ ਹੇਠਲੇ ਪਾਸੇ ਦੱਖਣ ਪੱਛਮ 'ਚ ਘੱਟ ਵਰਖਾ ਵਾਲਾ ਰੇਤਲਾ ਇਲਾਕਾ ਹੈ, ਜਿਹੜਾ ਕਿ ਉਪਜਾਊ ਨਹੀਂ ਹੈਗਾ। ਇਹ ਇਲਾਕਾ ਹੁਣ ਪਾਕਿਸਤਾਨ 'ਚ ਹੈ, ਜਿਸ ਵਿੱਚ ਸਿੰਧ ਆ ਗਿਆ, ਮੁਲਤਾਨ ਅਤੇ ਬਹਾਵਲਪੁਰ ਦੇ ਇਲਾਕੇ ਸ਼ਾਮਲ ਨੇ। ਤਾਂ ਮੌਜੂਦਾ ਪੰਜਾਬ ਦੇ ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਕੁਝ ਭਾਗ ਇਸ ਖੇਤਰ ਦੇ ਵਿੱਚ ਸ਼ਾਮਲ ਨੇ। ਅੱਗੇ ਸਾਡੇ ਕੋਲ ਪੰਜਾਬ ਦੀ ਭੂਗੋਲਿਕ ਸਥਿਤੀ ਦਾ ਇਤਿਹਾਸ ਦੇ ਪ੍ਰਭਾਵ ਦੀ ਜੇ ਅਸੀਂ ਝਾਤ ਮਾਰੀਏ ਤਾਂ ਕਿਸੇ ਵੀ ਖੇਤਰ ਦੀ ਭੂਗੋਲਿਕ ਸਥਿਤੀ ਉੱਥੋਂ ਦੇ ਇਤਿਹਾਸ 'ਤੇ ਡੂੰਘਾ ਪ੍ਰਭਾਵ ਪਾਉਂਦੀ ਹੈ। ਪੰਜਾਬ ਦੀ ਭੂਗੋਲਿਕ ਸਥਿਤੀ ਨੇ ਇਸ ਦੇ ਇਤਿਹਾਸ ਨੂੰ ਹਰ ਪੱਖੋਂ ਪ੍ਰਭਾਵਿਤ ਕੀਤਾ। ਇੱਥੋਂ ਦੀ ਖੁਸ਼ਹਾਲੀ ਨੇ ਵਿਦੇਸ਼ੀ ਹਮਲਾਵਰਾਂ ਨੂੰ ਹਮੇਸ਼ਾ ਹੀ ਆਪਣੇ ਵੱਲ ਖਿੱਚਿਆ। ਤਾਂ ਪੰਜਾਬ ਭਾਰਤ ਦਾ ਸੁਰੱਖਿਆ ਦੁਆਰ ਸੀ, ਜਿਸ ਨੂੰ ਪਾਰ ਕਰਕੇ ਹੀ ਭਾਰਤ ਨੂੰ ਜਿੱਤਿਆ ਜਾ ਸਕਦਾ ਸੀ। ਪੰਜਾਬ ਦੇ ਇਤਿਹਾਸ ਉੱਪਰ ਇਸ ਦੀ ਭੂਗੋਲਿਕ ਸਥਿਤੀ ਨੇ ਜੋ ਪ੍ਰਭਾਵ ਪਾਏ, ਉਹਨਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਉਹ ਜਿਹੜੇ ਪ੍ਰਭਾਵ ਨੇ ਉਹ ਰਾਜਨੀਤਿਕ ਖੇਤਰ ਦੇ ਵਿੱਚ ਪ੍ਰਭਾਵ ਹਨ, ਇਸੇ ਤਰ੍ਹਾਂ ਸੰਸਕ੍ਰਿਤਿਕ ਖੇਤਰ ਦੇ ਵਿੱਚ ਪ੍ਰਭਾਵ ਹਨ, ਔਰ ਧਾਰਮਿਕ ਖੇਤਰ ਵਿੱਚ ਪ੍ਰਭਾਵ ਹਨ, ਅਤੇ ਨਾਲ ਆਰਥਿਕ ਖੇਤਰ ਦੇ ਵਿੱਚ ਪ੍ਰਭਾਵ ਹਨ। ਤਾਂ ਜਦੋਂ ਅਸੀਂ ਰਾਜਨੀਤਿਕ ਖੇਤਰ ਦੇ ਵਿੱਚ ਗੱਲ ਕਰਦੇ ਹਾਂ ਪ੍ਰਭਾਵ ਦੀ, ਤਾਂ ਪੰਜਾਬ ਜਿਹੜਾ ਹੈਗਾ ਉਹ ਭਾਰਤ ਦਾ ਪ੍ਰਵੇਸ਼ ਦੁਆਰ ਹੈ। ਅਸੀਂ ਪਹਿਲਾਂ ਦਰਿਆਂ ਦੀ ਗੱਲ ਕੀਤੀ ਹੈ। ਤਾਂ ਪੰਜਾਬ ਦੇ ਉੱਤਰ ਪੱਛਮ ਵਿੱਚ ਸੁਲੇਮਾਨ ਅਤੇ ਕਿਰਥਾਰ ਪਹਾੜੀਆਂ ਵਿੱਚ ਸਥਿਤ ਜਿਹੜੇ ਦਰੇ ਨੇ, ਇਹ ਵਿਦੇਸ਼ੀ ਹਮਲਾਵਰਾਂ ਲਈ ਹਮੇਸ਼ਾ ਹੀ ਭਾਰਤ ਦਾ ਪ੍ਰਵੇਸ਼ ਦੁਆਰ ਰਹੇ ਨੇ। 18ਵੀਂ ਸਦੀ ਤੱਕ ਭਾਰਤ 'ਚ ਈਰਾਨੀ, ਯੂਨਾਨੀ, ਸ਼ਕ, ਹੂਣ, ਕੁਸ਼ਾਨ, ਤੁਰਕ, ਮੰਗੋਲ ਅਤੇ ਮੁਗਲ ਜਿਹੜੇ ਸੀ ਉਹ ਵਿਦੇਸ਼ੀ ਹਮਲਾਵਰ ਇਹਨਾਂ ਦਰਿਆਂ ਰਾਹੀਂ ਭਾਰਤ ਆਏ ਸੀ, ਕਿਉਂਕਿ ਇਹ ਦਰੇ ਜਿਹੜੇ ਹੈਗੇ ਉਹਨਾਂ ਨੂੰ ਮੱਧ ਏਸ਼ੀਆ ਤੋਂ ਸਿੱਧਾ ਪੰਜਾਬ ਦੀ ਧਰਤੀ 'ਤੇ ਪਹੁੰਚਾ ਦਿੰਦੇ ਸੀ। ਇਸ ਤੋਂ ਬਾਅਦ ਇਹ ਜਿਹੜੇ ਪੰਜਾਬ ਦਾ ਜਿਹੜਾ ਭਾਰਤ ਦਾ ਪ੍ਰਵੇਸ਼ ਦੁਆਰ ਬਣਿਆ, ਤਾਂ ਇਹ ਸਭ ਤੋਂ ਵੱਧ ਇਸ ਦੇ ਵਿੱਚ ਦਰਿਆਂ ਦੀ ਭੂਮਿਕਾ ਅਹਿਮ ਰਹੀ ਹੈ। ਪੰਜਾਬ ਦੇ ਉੱਤਰ ਪੱਛਮ ਵਿੱਚ ਜਿਹੜੇ ਸੁਲੇਮਾਨ ਅਤੇ ਕਿਰਥਾਰ ਪਹਾੜੀਆਂ ਦੇ ਸਥਿਤ ਦਰੇ ਨੇ, ਅਤੇ ਵਿਦੇਸ਼ੀ ਹਮਲਾਵਰਾਂ ਲਈ ਹਮੇਸ਼ਾ ਹੀ ਭਾਰਤ ਦਾ ਪ੍ਰਵੇਸ਼ ਦੁਆਰ ਰਹੇ ਨੇ। 18ਵੀਂ ਸਦੀ ਤੱਕ ਜਿਹੜੇ ਈਰਾਨੀ ਸੀ, ਯੂਨਾਨੀ, ਸ਼ਕ, ਹੂਣ, ਕੁਸ਼ਾਨ, ਤੁਰਕ, ਮੰਗੋਲ ਅਤੇ ਮੁਗਲ ਜਿਹੜੇ ਸੀ ਉਹ ਵਿਦੇਸ਼ੀ ਹਮਲਾਵਰ ਇਹਨਾਂ ਦਰਿਆਂ ਰਾਹੀਂ ਭਾਰਤ ਆਏ ਸੀ, ਕਿਉਂਕਿ ਇਹ ਦਰੇ ਉਹਨਾਂ ਨੂੰ ਮੱਧ ਏਸ਼ੀਆ ਤੋਂ ਸਿੱਧਾ ਪੰਜਾਬ ਦੀ ਧਰਤੀ 'ਤੇ ਪਹੁੰਚਾ ਦਿੰਦੇ ਸੀ। ਅੱਗੇ ਗੱਲ ਕਰਦੇ ਹਾਂ, ਪੰਜਾਬ ਜਿਹੜਾ ਹੈਗਾ ਉਹ ਯੁੱਧਾਂ ਦਾ ਮੈਦਾਨ ਰਿਹਾ। ਦਿੱਲੀ ਜਿੱਤਣ ਵਾਲੇ ਜਿੰਨੇ ਵੀ ਹਮਲਾਵਰ ਸੀ, ਸਾਰੇ ਹਮਲਾਵਰਾਂ ਨੂੰ ਪੰਜਾਬ ਵਿੱਚੋਂ ਹੀ ਲੰਘਣਾ ਪੈਂਦਾ ਸੀ। ਇਸ ਲਈ ਵਿਦੇਸ਼ੀ ਹਮਲਾਵਰਾਂ ਦਾ ਸਾਹਮਣਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਪੰਜਾਬ ਦੇ ਲੋਕ ਹੀ ਕਰਦੇ ਸੀ। ਤਾਂ ਭਾਰਤੀ ਇਤਿਹਾਸ ਦੇ ਕਈ ਮਹੱਤਵਪੂਰਨ ਯੁੱਧ ਜਿਹੜੇ ਹੈਗੇ ਉਹ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਮੈਦਾਨਾਂ 'ਚ ਹੀ ਲੜੇ ਗਏ ਸੀ। ਕਰੀ ਵਿੱਚ ਜਿਹੜਾ ਸਿਕੰਦਰ ਪੋਰਸ ਦਾ ਯੁੱਧ ਹੋਇਆ, ਤਰੈਣ ਵਿੱਚ ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਦਾ ਯੁੱਧ, ਅਤੇ ਪਾਣੀਪਤ ਦੀਆਂ ਜਿਹੜੀਆਂ ਤਿੰਨੋਂ ਲੜਾਈਆਂ ਉਹ ਵੀ ਉਹਨਾਂ ਨੇ ਇਤਿਹਾਸ ਨੂੰ ਜਿਹੜਾ ਬਦਲਿਆ, ਉਹ ਵੀ ਪੰਜਾਬ ਦੇ ਮੈਦਾਨਾਂ 'ਚ ਹੀ ਹੋਈਆਂ। ਤਾਂ ਅਸੀਂ ਇਸ ਤਰ੍ਹਾਂ ਦੇਖ ਸਕਦੇ ਹਾਂ ਕਿ ਪੰਜਾਬ ਜਿਹੜਾ ਹੈਗਾ ਉਹ ਯੁੱਧਾਂ ਦਾ ਮੈਦਾਨ ਬਣਿਆ ਰਿਹਾ। ਤਾਂ ਦਿੱਲੀ ਜਿੱਤਣ ਵਾਲੇ ਜਿੰਨੇ ਵੀ ਹਮਲਾਵਰ ਸੀਗੇ ਉਹਨਾਂ ਨੂੰ ਪੰਜਾਬ 'ਚੋਂ ਹੀ ਲੰਘਣਾ ਪੈਂਦਾ ਸੀ, ਅਤੇ ਇਸ ਲਈ ਵਿਦੇਸ਼ੀ ਹਮਲਾਵਰਾਂ ਦਾ ਸਭ ਤੋਂ ਪਹਿਲਾਂ ਸਾਹਮਣਾ ਜਿਹੜਾ ਹੈਗਾ ਉਹ ਪੰਜਾਬ ਦੇ ਲੋਕ ਕਰਦੇ ਸੀ। ਪੰਜਾਬ ਦੇ ਲੋਕ ਬਹਾਦਰ ਅਤੇ ਸੂਰਮੇ ਸੀ, ਅਤੇ ਜਿੰਨੇ ਵੀ ਕਹਿ ਲਓ ਕਰੀ ਵਿੱਚ ਸਿਕੰਦਰ ਪੋਰਸ ਦਾ ਯੁੱਧ ਹੋਵੇ, ਭਾਵੇਂ ਤਰੈਣ 'ਚ ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਦਾ ਯੁੱਧ ਹੋਵੇ, ਅਤੇ ਪਾਣੀਪਤ ਦੀਆਂ ਤਿੰਨੇ ਲੜਾਈਆਂ ਹੋਣ, ਉਹਨਾਂ ਨੇ ਵੀ ਭਾਰਤੀ ਇਤਿਹਾਸ ਨੂੰ ਬਦਲ ਕੇ ਰੱਖਿਆ। ਤਾਂ ਪੰਜਾਬ ਦੇ ਜੰਗਲਾਂ ਅਤੇ ਪਹਾੜਾਂ ਦਾ ਪ੍ਰਭਾਵ ਦੀ ਅੱਗੇ ਗੱਲ ਕਰਾਂਗੇ। ਤਾਂ ਪੰਜਾਬ ਦੇ ਵਿੱਚ ਜੰਗਲਾਂ ਅਤੇ ਪਹਾੜਾਂ ਨੇ ਵੀ ਪੰਜਾਬ ਦੀ ਰਾਜਨੀਤਿਕ
ਰਾਜਨੀਤਿਕ ਜਿਹੜਾ ਇਤਿਹਾਸ ਹੈ ਉਹਨੂੰ ਪ੍ਰਭਾਵਿਤ ਕੀਤਾ ਹੈ। ਤਾਂ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਅਤੇ ਸਮਕਾਲੀ ਸ਼ਾਸਕਾਂ ਦੇ ਵਿਰੁੱਧ ਸੰਘਰਸ਼ ਕਰਨ ਲਈ ਜੰਗਲਾਂ ਅਤੇ ਪਹਾੜਾਂ ਵਿੱਚ ਸ਼ਰਨ ਲਈ ਅਤੇ ਗੁਰੀਲਾ ਯੁੱਧ ਨੀਤੀ ਵੀ ਅਪਣਾਈ ਸੀ। ਇਸੇ ਤਰ੍ਹਾਂ ਸਿੱਖ ਪੰਜਾਬ ਵਿੱਚ ਆਪਣਾ ਸੁਤੰਤਰ ਰਾਜ ਸਥਾਪਿਤ ਕਰ ਸਕੇ ਸੀ। ਅੱਗੇ ਅੰਗਰੇਜ਼ ਜਿਹੜੇ ਹੈਗੇ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਪ੍ਰਵੇਸ਼ ਕੀਤਾ। ਤਾਂ ਅੰਗਰੇਜ਼ ਭਾਰਤ ਦੇ ਜਿਹੜੇ ਪੂਰਬੀ ਤੱਟ ਵੱਲੋਂ ਜਲ ਮਾਰਗ ਰਾਹੀਂ ਭਾਰਤ 'ਚ ਦਾਖਲ ਹੋਏ ਸੀ ਅਤੇ ਉਹ ਹੌਲੀ ਹੌਲੀ ਉੱਤਰ ਵੱਲ ਵਧੇ। ਤਾਂ ਪੰਜਾਬ ਦੀ ਰਾਜਨੀਤਿਕ ਅਤੇ ਭੂਗੋਲਿਕ ਸਥਿਤੀ ਜਿਹੜੀ ਹੈਗੀ ਉਹਦੇ ਕਾਰਨ ਹੀ ਅੰਗਰੇਜ਼ ਪੰਜਾਬ ਨੂੰ ਸਭ ਤੋਂ ਬਾਅਦ ਭਾਰਤੀ ਜਿਹੜਾ ਬ੍ਰਿਟਿਸ਼ ਰਾਜ ਸੀਗਾ ਉਹਦੇ ਵਿੱਚ ਮਿਲਾਉਣ ਵਿੱਚ ਸਫਲ ਹੋਏ। ਤਾਂ ਸੰਸਕ੍ਰਿਤਿਕ ਅਤੇ ਸਮਾਜਿਕ ਖੇਤਰ ਦੇ ਵਿੱਚ ਅਸੀਂ ਅਗਰ ਪ੍ਰਭਾਵ ਦੀ ਗੱਲ ਕਰੀਏ ਤਾਂ ਪੰਜਾਬੀਆਂ ਦੀ ਵਿਸ਼ੇਸ਼ ਸੰਸਕ੍ਰਿਤੀ ਰਹੀ ਹੈ। ਤਾਂ ਮੱਧ ਏਸ਼ੀਆ ਵੱਲੋਂ ਆਉਣ ਵਾਲੇ ਸਾਰੇ ਵਿਦੇਸ਼ੀ ਹਮਲਾਵਰ ਸਭ ਤੋਂ ਪਹਿਲਾਂ ਪੰਜਾਬ 'ਚ ਹੀ ਆਏ ਸੀ। ਤਾਂ ਇਹਨਾਂ ਵਿੱਚੋਂ ਕੁਝ ਹਮਲਾਵਰ ਪੰਜਾਬ ਦੇ ਹੀ ਵਸ ਗਏ ਅਤੇ ਇਹਨਾਂ ਨੇ ਇੱਥੇ ਦੀਆਂ ਇਸਤਰੀਆਂ ਨਾਲ ਵਿਆਹ ਵੀ ਕਰਵਾਏ। ਅਤੇ ਇਹਨਾਂ ਦੀਆਂ ਪੀੜ੍ਹੀਆਂ ਨੂੰ ਹਿੰਦੂਆਂ ਨੇ ਆਪਣੀ ਜਾਤ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਕਈ ਨਵੀਆਂ ਜਾਤੀਆਂ ਨੇ ਵੀ ਜਨਮ ਲਿਆ। ਇਸੇ ਤਰ੍ਹਾਂ ਪੰਜਾਬ ਵਿੱਚ ਮਿਲੀ ਜੁਲੀ ਜੀ ਨਵੀਂ ਸੱਭਿਅਤਾ ਅਤੇ ਸੰਸਕ੍ਰਿਤੀ ਦਾ ਜਨਮ ਹੋਇਆ। ਇਸ ਤੋਂ ਇਲਾਵਾ ਜਦੋਂ ਵੀ ਇਹ ਹਮਲਾਵਰ ਇੱਥੋਂ ਵਾਪਸ ਗਏ ਤਾਂ ਇੱਥੋਂ ਦੀ ਸੰਸਕ੍ਰਿਤੀ ਵੀ ਆਪਣੇ ਨਾਲ ਲੈ ਕੇ ਗਏ, ਜਿਸ ਕਾਰਨ ਵਿਦੇਸ਼ਾਂ ਵਿੱਚ ਵੀ ਭਾਰਤੀ ਸੰਸਕ੍ਰਿਤੀ ਦਾ ਪ੍ਰਸਾਰ ਅਤੇ ਪ੍ਰਚਾਰ ਹੋਇਆ ਸੀ। ਤਾਂ ਪੰਜਾਬੀਆਂ ਦੇ ਵਿਸ਼ੇਸ਼ ਗੁਣ ਪੰਜਾਬ ਦੇ ਜਿਹੜੇ ਲੋਕ ਹਨ ਉਹਨਾਂ ਦੇ ਵਿੱਚ ਵਾਰ-ਵਾਰ ਵਿਦੇਸ਼ੀ ਹਮਲਾਵਰਾਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਪੰਜਾਬੀ ਹਮੇਸ਼ਾ ਹੀ ਯੁੱਧਾਂ ਵਿੱਚ ਰੁੱਝੇ ਰਹਿੰਦੇ ਸੀ, ਜਿਸ ਕਾਰਨ ਪੰਜਾਬੀਆਂ ਵਿੱਚ ਬਹਾਦਰੀ, ਹਿੰਮਤ ਅਤੇ ਮਿਹਨਤ ਦੇ ਗੁਣ ਵਿਕਸਿਤ ਹੋਏ ਸੀ। ਤਾਂ ਕਈ ਜਾਤੀਆਂ, ਉਪਜਾਤੀਆਂ ਅਤੇ ਕਬੀਲਿਆਂ ਦੇ ਲੋਕਾਂ ਦੇ ਸੰਪਰਕ ਵਿੱਚ ਆਉਣ ਕਾਰਨ ਵੀ ਪੰਜਾਬੀਆਂ ਦੇ ਖਾਣ ਪੀਣ, ਰੀਤੀ ਰਿਵਾਜ ਅਤੇ ਭਾਸ਼ਾ ਦੇ ਰਹਿਣ ਸਹਿਣ 'ਚ ਅਤੇ ਪਹਿਰਾਵੇ ਵਿੱਚ ਵੀ ਬੜੀ ਤਬਦੀਲੀ ਹੋਈ। ਅਤੇ ਕਲਾ ਅਤੇ ਸਾਹਿਤ ਦੀ ਜੇ ਅਸੀਂ ਗੱਲ ਕਰੀਏ ਤਾਂ ਪ੍ਰਾਚੀਨ ਕਾਲ ਦੇ ਵਿੱਚ ਪੰਜਾਬ ਨੇ ਕਲਾ ਅਤੇ ਸਾਹਿਤ ਦੇ ਵਿੱਚ ਵੀ ਬਹੁਤ ਉੱਨਤੀ ਕੀਤੀ ਸੀ, ਪਰ ਸਦੀਆਂ ਤੱਕ ਪੰਜਾਬ ਦੇ ਹੁੰਦੇ ਹਮਲਿਆਂ ਕਾਰਨ ਪੰਜਾਬ ਦੀ ਕਲਾ ਅਤੇ ਸਾਹਿਤ ਜਿਹੜੀ ਹੈਗੀ ਉਹਦਾ ਬਹੁਤ ਨੁਕਸਾਨ ਹੋਇਆ। ਅਤੇ ਇਸ ਸਮੇਂ ਦੌਰਾਨ ਵਿਦੇਸ਼ੀ ਸੰਸਕ੍ਰਿਤੀ ਦਾ ਸੰਪਰਕ ਵਿੱਚ ਆਉਣ ਕਾਰਨ ਪੰਜਾਬ ਦਾ ਭਵਨ ਨਿਰਮਾਣ ਕਲਾ ਵੀ ਵਿੱਚ ਜਿਹੜੇ ਸੀ ਗੁੰਬਦ ਅਤੇ ਮਿਹਰਾਬ ਆਦਿ ਇਹਦੀ ਵਰਤੋਂ ਹੋਣ ਲੱਗੀ। ਤਾਂ ਅੱਗੇ ਅਸੀਂ ਗੱਲ ਕਰਾਂਗੇ ਧਾਰਮਿਕ ਖੇਤਰ ਦੇ ਵਿੱਚ ਪ੍ਰਭਾਵ ਦੀ। ਤਾਂ ਵੈਦਿਕ ਧਰਮ ਦਾ ਜਨਮ ਅਤੇ ਵਿਕਾਸ ਜਿਹੜਾ ਹੈਗਾ, ਵੈਦਿਕ ਧਰਮ ਦਾ ਆਰੰਭ ਵੀ ਵੈਦਾਂ ਤੋਂ ਮੰਨਿਆ ਜਾਂਦਾ। ਤਾਂ ਵੈਦ 4 ਨੇ, ਰਿਗਵੇਦ, ਸਾਮਵੇਦ, ਅਥਰਵੇਦ, ਯਜੁਰਵੇਦ। ਤਾਂ ਇਹਨਾਂ ਵਿੱਚੋਂ ਰਿਗਵੇਦ ਪ੍ਰਾਚੀਨ ਅਤੇ ਸ਼੍ਰੋਮਣੀ ਹੈ, ਜਿਸ ਦੀ ਰਚਨਾ ਪੰਜਾਬ ਦੀ ਧਰਤੀ 'ਤੇ ਹੋਈ। ਇਸੇ ਤਰ੍ਹਾਂ ਇਹ ਖੇਤਰ ਜਿਹੜਾ ਹੈਗਾ ਵੈਦਿਕ ਧਰਮ ਮੰਨਣ ਵਾਲਿਆਂ ਦਾ ਕੇਂਦਰ ਰਿਹਾ। ਇਸਲਾਮ ਧਰਮ ਦਾ ਵੀ ਪ੍ਰਚਾਰ ਅਤੇ ਪ੍ਰਸਾਰ ਇੱਥੇ ਮੱਕਾ ਮਦੀਨਾ 'ਚ ਭਾਵੇਂ ਇਸਲਾਮ ਦਾ ਜਨਮ ਹੋਇਆ ਅਤੇ ਤੇਜ਼ੀ ਨਾਲ ਮੱਧ ਏਸ਼ੀਆ ਦੇ ਖੇਤਰਾਂ 'ਚ ਫੈਲਿਆ। ਇਹਨਾਂ ਦੇਸ਼ਾਂ ਤੋਂ ਮੁਸਲਿਮ ਹਮਲਾਵਰ ਜਿਹੜੇ ਹੈਗੇ ਉਹ ਧਰਮ ਪ੍ਰਚਾਰਕ ਵੀ ਸੂਫੀ ਸੰਤ ਉਹ ਪੰਜਾਬ ਦੇ ਰਸਤੇ ਆਏ। ਤਾਂ ਆਰਥਿਕ ਖੇਤਰ ਦੇ ਵਿੱਚ ਅਗਰ ਪ੍ਰਭਾਵ ਦੀ ਗੱਲ ਕਰੀਏ ਤਾਂ ਪੰਜਾਬੀਆਂ ਦਾ ਮੁੱਖ ਕਿੱਤਾ ਜਿਹੜਾ ਹੈਗਾ ਕਿੱਤਾ ਖੇਤੀਬਾੜੀ ਹੈ। ਪੰਜਾਬ ਦਾ ਜ਼ਿਆਦਾਤਰ ਇਲਾਕਾ ਮੈਦਾਨੀ ਹੈ ਅਤੇ ਇੱਥੇ ਸਾਰਾ ਸਾਲ ਵਗਦੀਆਂ ਨਦੀਆਂ ਰਾਹੀਂ ਲਿਆਂਦੀ ਜਿਹੜੀ ਮਿੱਟੀ ਨਾਲ ਬਣੇ ਮੈਦਾਨ ਬਹੁਤ ਉਪਜਾਊ ਹਨ। ਤਾਂ ਇਹ ਸੀ ਸਾਡਾ ਅੱਜ ਦਾ ਪਾਠ, ਪੰਜਾਬ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਪ੍ਰਭਾਵ।